नवजोत सिंह सिद्धू ਨੂੰ ਲਾਇਆ ਜਾ ਸਕਦਾ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ। ਸੂਤਰਾਂ ਦੇ ਹਵਾਲੇ ਤੋਂ ਅਹਿਮ ਖਬਰ, ਕਿਸੇ ਹਿੰਦੂ ਜਾਂ ਦਲਿਤ ਚਿਹਰੇ ਨੂੰ ਲਾਇਆ ਜਾ ਸਕਦਾ ਹੈ ਡਿਪਟੀ ਸੀਐਮ। ਕੈਬਨਿਟ ਵਿੱਚ ਹੋ ਸਕਦਾ ਫੇਰ ਬਦਲ। ਕੋਟਕਪੂਰਾ ਗੋਲੀकांड ਦੀ ਜਾਂਚ ਵਿੱਚ ਆਈ ਤੇਜ਼ੀ। ਐਸਆਈਟੀ ਕੋਲ ਬਿਆਨ ਦਰਜ ਕਰਵਾਉਣ ਪਹੁੰਚੇ ਸਿੱਖ ਪ੍ਰਚਾਰਕ ਪੰਥਪ੍ਰੀਤ ਸਿੰਘ ਢੱਡਰੀਆਂ ਵਾਲੇ ਦੇ ਪੇਸ਼ ਹੋਣ ਦੇ ਆਸਾਰ ਘੱਟ। ਇਨੈਲੋ ਸੁਪਰੀਮ ਓਪੀ ਚੌਟਾਲਾ ਦੀ ਤਿਹਾੜ ਜੇਲ੍ਹ ਵਿੱਚੋਂ ਹੋਏ ਰਿਹਾ। 9 ਸਾਲ 6 ਮਹੀਨੇ ਦੀ ਸਜ਼ਾ ਪੂਰੀ ਹੋਣ ਕਰਨ ਤੋਂ ਬਾਅਦ ਹੋਈ ਰਿਹਾਈ। ਜੇਬੀਟੀ ਭਰਤੀ ਘੁਟਾਲੇ ਵਿੱਚ ਹੋਈ ਸੀ ਸਜ਼ਾ। ਬਿਜਲੀ ਕੱਟਣ ਨੂੰ ਲੈ ਕੇ ਸੂਬੇ ਦੀ ਸਿਆਸਤ ਵਿੱਚ ਆਇਆ ਕਰੰਟ। ਬਿਜਲੀ ਕਰਾ ਕੇ ਅਕਾਲੀ ਦਲ ਕਰ ਰਿਹਾ ਪ੍ਰਦਰਸ਼ਨ। ਅਕਾਲੀ ਦਲ ਨੇ ਪੱਖੀਆਂ ਵੰਡਣ ਦੀ ਚਲਾਈ ਮੁਹਿੰਮ। ਪਾਵਰ ਕੱਟ ਉੱਤੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਰਕਾਰ ਨੂੰ ਘੇਰਿਆ। ਕਿਹਾ ਪੰਜਾਬ ਵਿੱਚ ਪਾਵਰ ਕੱਟ ਜਾਂ ਦਫ਼ਤਰਾਂ ਵਿੱਚ ਏਸੀ ਦੀ ਵਰਤੋਂ ਤੇ ਰੋਕ ਲਾਉਣ ਦੀ ਲੋੜ ਨਹੀਂ, ਸਹੀ ਦਿਸ਼ਾ ਵਿੱਚ ਕੰਮ ਕਰਨ ਨਾਲ ਮਸਲਾ ਹੋਵੇਗਾ ਹੱਲ। ਸੰਗਰੂਰ ਵਿੱਚ ਮਹਿੰਗਾਈ ਖਿਲਾਫ ਕਾਂਗਰਸ ਦਾ ਪ੍ਰਦਰਸ਼ਨ। ਮਹਿੰਗੇ ਪੈਟਰੋਲ ਡੀਜ਼ਲ ਦੇ ਵਿਰੋਧ ਵਜੋਂ ਤੇਲ ਪਾ ਕੇ ਸਾੜੀ ਸਕੂਟੀ। ਪਠਾਨਕੋਟ ਵਿੱਚ ਸਨੀ ਦਿਓਲ ਦੇ ਘਰ ਦਾ ਕੀਤਾ ਘਿਰਾਓ। ਬਰਨਾਲਾ ਵਿੱਚ ਕਿਸਾਨਾਂ ਨੇ ਮਹਿੰਗੇ ਪੈਟਰੋਲ ਡੀਜ਼ਲ ਖਿਲਾਫ ਕੀਤਾ ਵਿਰੋਧ। ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ। ਤੇਲ ਦੀਆਂ ਕੀਮਤਾਂ ਘਟਾਉਣ ਦੀ ਕੀਤੀ ਮੰਗ। ਬਠਿੰਡਾ ਵਿੱਚ ਸਰਕਾਰੀ ਡਾਕਟਰਾਂ ਦਾ ਹੱਲਾ ਬੋਲ। ਕੰਮ ਬੰਦ ਕਰਕੇ ਸੜਕ ਉੱਤੇ ਲਾਇਆ ਧਰਨਾ। ਸਾਥੀ ਡਾਕਟਰਾਂ ਦੀ ਦੂਰ ਬਦਲੀ ਕੀਤੇ ਜਾਣ ਦਾ ਕੀਤਾ ਵਿਰੋਧ। ਨਵਾਂ ਸ਼ਹਿਰ ਦੇ ਨੌਜਵਾਨ ਰਣਜੀਤ ਸਿੰਘ ਨੇ ਬਣਾਇਆ ਰਿਕਾਰਡ। ਇੰਗਲੈਂਡ ਦੇ ਖਿਡਾਰੀ ਦਾ ਰਿਕਾਰਡ ਤੋੜ ਕੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਕਰਵਾਇਆ ਨਾਂ। 1 ਮਿੰਟ ਵਿੱਚ 285 ਵਾਰ ਟੱਪੀ ਰੱਸੀ। ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਸਵਾਗਤ ਹੈ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਤੁਹਾਡਾ ਨਾਲ ਭੁੱਲਰਜੀਤ ਸਿੰਘ ਤੇ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਦੀ। ਜੀ ਹਾਂ, ਪੰਜਾਬ ਕਾਂਗਰਸ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਬਣ ਸਕਦੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ। ਜੀ ਹਾਂ, ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਸ ਵੇਲੇ ਦੀ। ਸਿੱਧੂ ਦੇ ਨਾਲ ਹਿੰਦੂ ਜਾਂ ਕਿਸੇ ਦਲਿਤ ਚਿਹਰੇ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਜਾ ਸਕਦਾ ਜਾਂ ਫਿਰ ਹਿੰਦੂ ਜਾਂ ਦਲਿਤ ਡਿਪਟੀ ਸੀਐਮ ਵੀ ਬਣਾਇਆ ਜਾ ਸਕਦਾ ਹੈ। ਤਾਂ ਕੈਬਨਿਟ ਦੇ ਵਿੱਚ ਵੀ ਫੇਰ ਬਦਲ ਹੋਣ ਦੀ ਸੰਭਾਵਨਾ ਲਗਭਗ ਤੈਅ ਨਜ਼ਰ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਤੁਹਾਨੂੰ ਵੱਡੀ ਖਬਰ ਦੱਸ ਰਿਹਾ। ਪੰਜਾਬ ਕਾਂਗਰਸ ਦਾ ਮਸਲਾ ਜਲਦ ਹੱਲ ਕਰ ਸਕਦੀ ਹੈ ਹਾਈ ਕਮਾਂਡ, ਜਿਸ ਦੇ ਵਿੱਚ ਇਹ ਬਦਲ ਲਏ ਜਾ ਸਕਦੇ ਨੇ ਜਿਹੜੇ ਕਿ ਸੂਤਰਾਂ ਦੇ ਹਵਾਲੇ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨਿਆ ਜਾ ਸਕਦਾ ਹੈ। ਜਲਦ ਇਸ ਦਾ ਐਲਾਨ ਹਾਈ ਕਮਾਂਡ ਕਰ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਤੁਹਾਨੂੰ ਦੱਸ ਰਿਹਾ। ਸਿੱਧੂ ਦੇ ਨਾਲ ਹਿੰਦੂ ਜਾਂ ਕਿਸੇ ਦਲਿਤ ਨੂੰ ਵੀ ਕਾਰਜਕਾਰੀ ਪ੍ਰਧਾਨ ਲਾਇਆ ਜਾ ਸਕਦਾ ਹੈ। ਇਸ ਤੋਂ ਬਿਨਾਂ ਦੂਸਰੀ ਤਰਫ ਸੇ ਹਿੰਦੂ ਜਾਂ ਦਲਿਤ ਚਿਹਰੇ ਨੂੰ ਡਿਪਟੀ ਸੀਐਮ ਵੀ ਪੰਜਾਬ ਦੇ ਵਿੱਚ ਲਗਾਇਆ ਜਾ ਸਕਦਾ, ਕਿਉਂਕਿ ਹਾਈ ਕਮਾਂਡ ਪੰਜਾਬ ਦੇ ਵਿੱਚ ਕਾਂਗਰਸ ਅੰਦਰ ਚੱਲ ਰਹੇ ਜਿਹੜਾ ਮਸਲਾ, ਜਿਹੜਾ ਕਲੇਸ਼ ਆਪਸੀ, ਉਸ ਨੂੰ ਜਲਦ ਤੋਂ ਜਲਦ ਮਸਲੇ ਨੂੰ ਹੁਣ ਹੱਲ ਕਰਨ ਜਾ ਰਹੀ ਹੈ। ਤਾਂ ਹਾਈ ਕਮਾਂਡ ਦੇ ਵੱਲੋਂ ਜਲਦ ਹੀ ਫੈਸਲਾ ਲਿਆ ਜਾ ਸਕਦਾ। ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ। ਤਾਂ ਇਸ ਖਬਰ ਤੇ ਗੱਲਬਾਤ ਕਰਦੇ ਹਾਂ। ਸਾਡੇ ਸਹਿਯੋਗੀ ਪੰਕਜ ਕਪਾਹੀ ਜੁੜ ਰਹੇ ਨੇ ਫੋਨ ਤੇ। ਪੰਕਜ, ਜੋ ਤਾਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸੀ ਕਿ ਹੋ ਨਾ ਹੋ ਵੱਡੀ ਫੇਰ ਬਦਲ ਕਿਤੇ ਨਾ ਕਿਤੇ ਲਗਭਗ ਤੈਅ ਮੰਨੀ ਜਾ ਰਹੀ ਸੀ। ਨਿਊਜ਼ 18 ਪੰਜਾਬ ਵੀ ਲਗਾਤਾਰ ਪ੍ਰਮੁੱਖਤਾ ਦੇ ਨਾਲ ਇਹ ਖਬਰ ਦੱਸ ਰਿਹਾ ਸੀ। ਤਾਂ ਜਿਸ ਤਰੀਕੇ ਨਾਲ ਮੁਲਾਕਾਤਾਂ ਦੌਰ ਹੋਇਆ, ਚਾਹੇ ਕੈਪਟਨ ਅਮਰਿੰਦਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੀ, ਤਾਂ ਕਿਤੇ ਨਾ ਕਿਤੇ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੀ ਹਲਚਲ ਹੋਣ ਜਾ ਰਹੀ ਹੈ ਪੰਜਾਬ ਦੀ ਕਾਂਗਰਸ ਦੀ ਸਿਆਸਤ ਦੇ ਵਿੱਚ। ਬਿਲकुल ਭੁੱਲਰ, ਜਾਣਕਾਰੀ ਇਹ ਮਿਲ ਰਹੀ ਹੈ ਕਿ ਸੋਮਵਾਰ ਦਾ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਸਕਦੇ ਨੇ ਔਰ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰਨਗੇ ਔਰ ਉੱਥੇ ਫਾਈਨਲ ਮੋਹਰ ਜਿਹੜੀ ਉਹ ਲੱਗੇਗੀ। ਔਰ ਚਰਚਾ ਇਹ ਹੈ ਤਾਂ ਕੈਬਨਿਟ ਦੇ ਵਿੱਚ ਰਿਸ਼ਫਲ ਹੋਏਗਾ, ਕੈਬਨਿਟ ਦੇ ਵਿੱਚ ਨਵੇਂ ਮੰਤਰੀ ਹੋ ਸਕਦੇ, ਤਾਂ ਕੁਝ ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ। ਔਰ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕੀ ਰੋਲ ਰਹੇਗਾ, ਕਿਉਂਕਿ ਪ੍ਰਿਯੰਕਾ ਗਾਂਧੀ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਗਾ ਦਿੱਤਾ ਜਾਵੇ ਔਰ ਪ੍ਰਧਾਨ ਦੇ ਨਾਲ 2 ਜਾਂ 3 ਕਾਰਜਕਾਰੀ ਪ੍ਰਧਾਨ ਜਿਹੜੇ ਨੇ ਉਹ ਲਗਾ ਦਿੱਤੇ ਜਾਣ, ਤਾਂ ਕਿ ਹਰੇਕ ਜਿਹੜੀ ਕਾਸਟ ਹੈ ਉਹਨੂੰ ਤਵੱਜੋ ਮਿਲੇ। ਔਰ ਇਸ ਦੇ ਨਾਲ ਚਰਚਾ ਵੀ ਹੈ ਕਿ ਡਿਪਟੀ ਸੀਐਮ ਵੀ ਜਿਹੜਾ ਵਾ ਉਹ ਲਗਾਇਆ ਜਾ ਸਕਦਾ ਹੈ। ਚਰਚਾਵਾਂ ਨੇ ਔਰ ਫਾਈਨਲ ਫੈਸਲਾ ਜਦੋਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚਣਗੇ ਤਾਂ ਦਿੱਲੀ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰਨਗੇ, ਗਾਂਧੀ ਪਰਿਵਾਰ ਨਾਲ ਮੁਲਾਕਾਤ ਕਰਨਗੇ। ਉਸ ਤੋਂ ਬਾਅਦ ਹੀ ਫਾਈਨਲ ਫੈਸਲਾ ਜਿਹੜਾ ਵਾ ਉਹ ਲਿੱਤਾ ਜਾਣਾ ਵਾ। ਔਰ ਸੋਰਸਿਸ ਤੇ ਜਾਣਕਾਰੀ ਦੇ ਰਹੇ ਨੇ ਕਿ ਸਿੱਧੂ ਨੂੰ ਪ੍ਰਧਾਨ ਔਰ ਨਾਲ 2 ਜਾਂ 3 ਕਾਰਜਕਾਰੀ ਪ੍ਰਧਾਨ ਜਿਹੜੇ ਨੇ ਉਹ ਲਗਾਏ ਜਾ ਸਕਦੇ ਆ। ਨਾਲ ਡਿਪਟੀ ਸੀਐਮ ਵੀ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਵਾ ਉਹ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦਾ ਵਾ।
ਤਾਂ ਪੰਕਜ, ਜੇਕਰ ਦੇਖਿਆ ਜਾਵੇ ਤਾਂ ਕਿਤਨਾ ਕਿਤੇ ਦਲਿਤਾਂ ਦੀ ਗੱਲ ਵੀ ਕਰ ਰਹੇ ਹੋ, ਹਿੰਦੂ ਚਿਹਰੇ ਦੀ ਵੀ ਗੱਲ ਆ ਰਹੀ ਆ, ਤਾਂ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਵੀ ਜ਼ਿਕਰ ਹੋ ਰਿਹਾ, ਤਾਂ ਕਿਤਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਗੱਲ ਕੀਤੀ ਜਾਵੇ ਤਾਂ ਉਹ ਵੀ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਜਿਹੜਾ ਇਹ ਕਲੇਸ਼ ਹੈ ਉਹ ਖਤਮ ਹੋਵੇ ਔਰ ਇੱਕ ਵਾਰ ਫਿਰ ਤੋਂ ਨਵੀਂ ਰਣਨੀਤੀ ਦੇ ਨਾਲ, ਕਿਉਂਕਿ ਇਲੈਕਸ਼ਨ ਦੇ ਵਿੱਚ ਜ਼ਿਆਦਾ ਦੇਰ ਨਹੀਂ, ਤਾਂ ਅਜਿਹੇ ਦੇ ਵਿੱਚ ਹਾਈ ਕਮਾਨ ਵੀ ਸ਼ਾਇਦ ਇਹੀ ਚਾਹ ਰਿਹਾ ਕਿ ਹਰ ਇੱਕ ਨੂੰ ਜਲਦ ਤੋਂ ਜਲਦ ਜਿੰਨਾ ਹੋ ਸਕੇ ਉਹਨਾਂ ਐਡਜਸਟ ਕੀਤਾ ਜਾਵੇ। ਬਿਲਕੁਲ ਭੁੱਲਰ, ਇਸ ਦੀ ਵੱਡੀ ਵਜ੍ਹਾ ਵੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੱਟ ਨੇ ਔਰ ਸਿੱਧੂ ਵੀ ਜੱਟ ਨੇ, ਔਰ ਅਗਰ ਮੁੱਖ ਮੰਤਰੀ ਜੱਟ ਹੁੰਦਾ ਔਰ ਪ੍ਰਧਾਨ ਵੀ ਜੱਟ ਹੁੰਦਾ ਤਾਂ ਬਾਕੀ ਕਾਸਟ ਜਿਹੜੀਆਂ ਨੇ ਉਹ ਨਾਰਾਜ਼ ਹੋ ਖਪਾ ਹੋ ਸਕਦੀਆਂ ਨੇ। ਔਰ ਉਸ ਵੇਲੇ ਜਦੋਂ ਬੀਜੇਪੀ ਇਹ ਦਾਅਵਾ ਕਰ ਰਹੀ ਹੈ ਕਿ ਸਾਡੀ ਸਰਕਾਰ ਬਣਾਓ ਤਾਂ ਸੀਐਮ ਦਲਿਤ ਚਿਹਰੇ ਨੂੰ ਦੇਵਾਂਗੇ, ਔਰ ਅਕਾਲੀ ਦਲ ਦਾਅਵਾ ਕਰ ਰਹੀ ਹੈ ਕਿ ਸਾਡੀ ਸਰਕਾਰ ਆਈ ਤਾਂ ਡਿਪਟੀ ਸੀਐਮ ਦਲਿਤ ਚਿਹਰੇ ਨੂੰ ਦੇਵਾਂਗੇ, ਤਾਂ ਅਜਿਹੇ ਜਦੋਂ ਸੂਬੇ ਦੇ ਵਿੱਚ 39% ਦਲਿਤ ਵੋਟ ਬੈਂਕ ਹੋਵੇ ਔਰ ਤਕਰੀਬਨ 18 ਤੋਂ 20% ਹਿੰਦੂ ਵੋਟ ਬੈਂਕ ਹੋਵੇ ਤਾਂ ਉਸ ਨੂੰ ਵੀ ਨਜ਼ਰ ਅੰਦਾਜ਼ ਜਿਹੜਾ ਵਾ ਉਹ ਨਹੀਂ ਕੀਤਾ ਜਾ ਸਕਦਾ। ਔਰ ਇਸੇ ਵਜ੍ਹਾ ਕਰਕੇ ਜਦੋਂ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲੇਗੀ ਤਾਂ ਉਦੋਂ ਕੈਬਨਿਟ ਦੇ ਵਿੱਚ ਔਰ ਖਾਸ ਤੌਰ ਤੇ ਡਿਪਟੀ ਸੀਐਮ ਦੀ ਜਦੋਂ ਚਰਚਾ ਹੋਏਗੀ ਤਾਂ ਹਿੰਦੂ ਅਤੇ ਦਲਿਤ ਚਿਹਰਿਆਂ ਨੂੰ ਐਡਜਸਟ ਕੀਤਾ ਜਾਏਗਾ ਡਿਪਟੀ ਸੀਐਮ ਦੇ ਤੌਰ ਤੇ, ਔਰ ਨਾਲ ਹੀ ਨਾਲ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਵੀ ਹਿੰਦੂ ਤੇ ਦਲਿਤ ਚਿਹਰਿਆਂ ਨੂੰ ਐਡਜਸਟ ਕੀਤਾ ਜਾਏਗਾ। ਅਗਰ ਦਲਿਤ ਚਿਹਰਿਆਂ ਦੀ ਗੱਲ ਕੀਤੀ ਜਾਵੇ, ਰਾਜਕੁਮਾਰ ਵੇਰਕਾ, ਡੈਨੀ, ਰਾਜਕੁਮਾਰ ਚੱਬੇਵਾਲ, ਚਰਨਜੀਤ ਸਿੰਘ ਚੰਨੀ, ਅਰੁਣਾ ਚੌਧਰੀ, ਇਹ ਨਾਮ ਨਿਕਲ ਕੇ ਸਾਹਮਣੇ ਆ ਰਹੇ। ਇਹਨਾਂ ਚੋਂ ਦੋ ਲੀਡਰਾਂ ਨੂੰ ਜਿਹੜਾ ਵਾ ਉਹ ਇੱਕ ਵੱਡੀ ਜ਼ਿੰਮੇਵਾਰੀ ਅਗਲੇ 4-5 ਦਿਨਾਂ ਦੇ ਵਿੱਚ ਮਿਲੇਗੀ ਜਦੋਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾਣਗੇ, ਔਰ ਉਸ ਤੋਂ ਬਾਅਦ ਹਾਈਕਮਾਨ ਦੇ ਨਾਲ ਬੈਠ ਕੇ ਇੱਕ ਪੂਰਾ ਫਾਰਮੂਲਾ ਜਿਹੜਾ ਤਿਆਰ ਹੈ। ਔਰ ਇਹ ਨਾਮਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਸਿੱਧੂ ਦੇ ਨਾਲ ਅਗਰ ਦਲਿਤ ਚਿਹਰਿਆਂ ਦੀ ਗੱਲ ਕੀਤੀ ਜਾਵੇ ਤਾਂ ਰਾਜਕੁਮਾਰ ਵੇਰਕਾ ਨੇ, ਸੰਗਤ ਸਿੰਘ ਗਿਲਜੀਆਂ ਨੇ, ਡੈਨੀ ਨੇ, ਚੱਬੇਵਾਲ ਨੇ ਔਰ ਅਰੁਣਾ ਚੌਧਰੀ ਨੇ। ਇਹਨਾਂ ਚੋਂ ਜਿਹੜਾ ਵਾ ਇੱਕ ਡਿਪਟੀ ਸੀਐਮ ਔਰ ਇੱਕ ਕਾਰਜਕਾਰੀ ਪ੍ਰਧਾਨ ਲਗਾਇਆ ਜਾ ਸਕਦਾ। ਔਰ ਇਸ ਦੇ ਨਾਲ ਹਿੰਦੂ ਚਿਹਰਿਆਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਹਿੰਦੂ ਚਿਹਰਿਆਂ ਦੇ ਵਿੱਚ ਮਨੀਸ਼ ਤਿਵਾਰੀ ਦਾ ਨਾਮ ਨਿਕਲ ਕੇ ਸਾਹਮਣੇ ਆਉਂਦਾ, ਵਿਜੇਂਦਰ ਸਿੰਗਲਾ ਦਾ ਨਾਮ ਨਿਕਲ ਕੇ ਸਾਹਮਣੇ ਆਉਂਦਾ, ਬ੍ਰਹਮਹਿੰਦਰਾ ਦਾ ਨਾਮ ਨਿਕਲ ਕੇ ਸਾਹਮਣੇ ਆਉਂਦਾ। ਤਾਂ ਇਹਨਾਂ ਨੂੰ ਵੀ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਮਿਲੇਗੀ, ਚਾਹੇ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਹੋਵੇ ਚਾਹੇ ਡਿਪਟੀ ਸੀਐਮ ਦੇ ਤੌਰ ਤੇ ਹੋਵੇ। ਤਾਂ ਇਹ ਫਾਰਮੂਲਾ ਕੈਪਟਨ ਅਮਰਿੰਦਰ ਸਿੰਘ ਨਾਲ ਬੈਠ ਕੇ ਹਾਈਕਮਾਨ ਜਦੋਂ ਵਿਚਾਰ ਵਟਾਂਦਰਾ ਕਰੇਗੀ ਤਾਂ ਉਮੀਦ ਹੈ ਕਿ ਸੋਮਵਾਰ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਰਹੇ ਨੇ ਔਰ ਉਸ ਤੋਂ ਬਾਅਦ ਹੀ ਜਿਹੜਾ ਵਾ ਫਾਈਨਲ ਮੋਹਰ ਲੱਗ ਪਾਏਗੀ। ਜੀ ਬਿਲਕੁਲ ਪੰਕਜ, ਤਾਂ ਅਗਲੇ ਹਫਤੇ ਦੇ ਵਿੱਚ ਕਿਤੇ ਨਾ ਕਿਤੇ ਤਸਵੀਰ ਸਾਫ਼ ਹੋ ਸਕਦੀ ਹੈ। ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ। ਤਾਂ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਫੇਰ ਬਦਲ ਹੋ ਸਕਦੇ ਨੇ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਲਗਾਇਆ ਜਾ ਸਕਦਾ, ਉਹਨਾਂ ਦੇ ਨਾਲ ਕਿਸੇ ਦਲਿਤ ਚਿਹਰੇ ਨੂੰ ਕਾਰਜਕਾਰੀ ਪ੍ਰਧਾਨ ਜਾਂ ਫਿਰ ਡਿਪਟੀ ਸੀਐਮ ਦੇ ਅਹੁਦੇ ਨਾਲ ਵੀ ਨਵਾਜਿਆ ਜਾ ਸਕਦਾ। ਔਰ ਕਾਂਗਰਸ ਹਾਈ ਕਮਾਨ ਜਲਦ ਹੀ ਹੁਣ ਜਿਹੜਾ ਆਪਸ ਦੇ ਵਿੱਚ ਕਲੇਸ਼ ਚੱਲ ਰਿਹਾ ਉਸ ਨੂੰ ਨਿਬੇੜਨ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ। ਤਾਂ ਗੱਲ ਕਰਦੇ ਹਾਂ ਕੋਟਕਪੂਰਾ ਗੋਲੀकांड ਦੀ। ਜੀ ਹਾਂ, ਕੋਟਕਪੂਰਾ ਗੋਲੀकांड ਦੇ ਵਿੱਚ ਜਾਂਚ ਦੇ ਵਿੱਚ ਹੁਣ ਕਾਫੀ ਤੇਜ਼ੀ ਆਈ ਹੈ। ਐਸਆਈਟੀ ਦੇ ਕੋਲ ਸਿੱਖ ਪ੍ਰਚਾਰਕ ਪੰਥਪ੍ਰੀਤ ਨੇ ਆਪਣੇ ਬਿਆਨ ਦਰਜ ਕਰਵਾਏ ਨੇ। ਫਰੀਦਕੋਟ ਦਫ਼ਤਰ ਦੇ ਵਿੱਚ ਪਹੁੰਚੇ ਨੇ ਸਿੱਖ ਪ੍ਰਚਾਰਕ ਪੰਥਪ੍ਰੀਤ ਸਿੰਘ। ਐਸਆਈਟੀ ਨੇ ਢੱਡਰੀਆਂ ਵਾਲੇ ਨੂੰ ਵੀ ਸੱਦਿਆ ਸੀ, ਕਿਸੇ ਕਾਰਨ ਉਹ ਪੇਸ਼ ਨਹੀਂ ਹੋਇਆ ਅੱਜ ਢੱਡਰੀਆਂ ਵਾਲੇ। ਔਰ ਤੁਹਾਨੂੰ ਦੱਸ ਦੇਈਏ ਕਿ ਕੋਟਕਪੂਰਾ ਧਰਨੇ ਨੂੰ ਲੀਡ ਕਰ ਰਹੇ ਸਨ ਇਹ ਦੋਵੇਂ ਆਗੇ, ਜਿਨ੍ਹਾਂ ਨੂੰ ਐਸਆਈਟੀ ਦੇ ਵੱਲੋਂ ਨੋਟਿਸ ਭੇਜਿਆ ਗਿਆ ਸੀ। ਤਾਂ ਅੱਜ ਸਿੱਖ ਪ੍ਰਚਾਰਕ ਪੰਥਪ੍ਰੀਤ ਸਿੰਘ ਹਾਜ਼ਰ ਹੋਏ, ਉਹਨਾਂ ਨੇ ਆਪਣੇ ਬਕਾਇਦਾ ਬਿਆਨ ਵੀ ਦਰਜ ਕਰਾਏ, ਪਰ ਕਿਸੇ ਕਾਰਨ ਕਰਕੇ ਢੱਡਰੀਆਂ ਵਾਲਾ ਰਣਜੀਤ ਸਿੰਘ ਢੱਡਰੀਆਂ ਵਾਲਾ ਨਹੀਂ ਪਹੁੰਚੇ। ਕਾਬਿਲ ਗੌਰ ਹੈ ਕਿ ਜਿਸ ਵੇਲੇ ਕੋਟਕਪੂਰਾ ਧਰਨੇ ਨੂੰ ਇਹ ਦੋਨੇ ਹੀ ਜਿਹੜੇ ਆਗੂ ਸੀ ਲੀਡ ਕਰ ਰਹੇ ਸੀ। ਤਾਂ ਇਸ ਖਬਰ ਤੇ ਗੱਲਬਾਤ ਕਰਦੇ ਹਾਂ, ਸਾਡੇ ਸਹਿਯੋਗੀ ਨਰੇਸ਼ ਸੇਠੀ ਜੁੜ ਰਹੇ ਨੇ। ਨਰੇਸ਼, ਤਾਂ ਕਹਿ ਸਕਦੇ ਹਾਂ ਕਿ ਐਸਆਈਟੀ ਦੀ ਜਾਂਚ ਦੇ ਵਿੱਚ ਆਏ ਦਿਨ ਤੇਜ਼ੀ ਆ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਦੋਵੇਂ ਹੀ ਸਿੱਖ ਪ੍ਰਚਾਰਕਾਂ ਨੂੰ ਬੁਲਾਇਆ ਗਿਆ ਸੀ, ਹਾਲਾਂਕਿ ਪੰਥਪ੍ਰੀਤ ਸਿੰਘ ਤਾਂ ਹਾਜ਼ਰ ਹੋਏ ਪਰ ਢੱਡਰੀਆਂ ਵਾਲੇ ਨਹੀਂ ਪਹੁੰਚੇ। ਕੀ ਅਪਡੇਟ ਆ ਹੁਣ ਤੱਕ ਇਸ ਖਬਰ ਦੇ ਵਿੱਚ? ਬਿਲਕੁਲ ਭੁੱਲਰ ਜੀ, ਦੱਸ ਦਈਏ ਕਿ ਅੱਜ ਜਿਹੜੇ 12 ਦੇ ਕਰੀਬ ਜਿਹੜੇ ਲੋਕਾਂ ਨੂੰ ਸਮਨਿੰਗ ਕੀਤੀ ਗਈ ਸੀ, ਜਿਨ੍ਹਾਂ ਨੂੰ ਫਰੀਦਕੋਟ ਕੈਂਪਸ ਆਫਿਸ ਦੇ ਵਿੱਚ ਪੁੱਛਗਿੱਛ ਲਈ ਐਸਆਈਟੀ ਨੇ ਤਲਬ ਕੀਤਾ ਸੀਗਾ। ਜੇ ਮੁੱਖ ਚਿਹਰਿਆਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਭਾਈ ਪੰਥਪ੍ਰੀਤ ਸਿੰਘ ਜਿਹੜੇ ਕਥਾਵਾਚਕ ਨੇ, ਔਰ ਇਸ ਤੋਂ ਇਲਾਵਾ ਰਣਜੀਤ ਸਿੰਘ ਢੱਡਰੀਆਂ ਵਾਲਾ। ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜੇ ਅੱਜ ਜਾਂਚ ਵਿੱਚ ਸ਼ਾਮਿਲ ਨਹੀਂ ਹੋਏ, ਬਲਕਿ ਜਿਹੜੇ ਪੰਥਪ੍ਰੀਤ ਸਿੰਘ ਜੀ ਜਿਹੜੇ ਨੇ ਉਹ ਅੱਜ ਟਾਈਮ ਨਾਲ ਹੀ ਜਿਹੜਾ ਸੁਬਾਹ 10:30 ਵਜੇ ਦੇ ਕਰੀਬ ਜਿਹੜੇ ਕੈਂਪਸ ਆਫਿਸ ਵਿੱਚ ਪਹੁੰਚ ਚੁੱਕੇ ਸੀ। ਔਰ ਕਰੀਬ 2 ਘੰਟੇ ਦੀ ਜਿਹੜੀ ਲੰਮੀ ਪੁੱਛਗਿੱਛ ਉਹਨਾਂ ਤੋਂ ਹੋਈ ਹੈ ਔਰ ਗੱਲਬਾਤ ਹੋਈ ਹੈ। ਉਹਨਾਂ ਨੇ ਬਾਹਰ ਆ ਕੇ ਸਾਡੇ ਨਾਲ ਜਿਹੜੀ ਗੱਲ ਕੀਤੀ, ਉਹਨਾਂ ਵਿੱਚ ਦੱਸਿਆ ਕਿ ਬਹੁਤ ਹੀ ਸਰਲ ਤਰੀਕੇ ਦੇ ਨਾਲ ਜਿਹੜੀ ਐਸਆਈਟੀ ਦੇ ਮੈਂਬਰਾਂ ਨੇ ਉਹਨਾਂ ਨਾਲ ਗੱਲ ਕੀਤੀ ਔਰ ਗੱਲਾਂ ਦੇ ਵਿੱਚੋਂ ਹੀ ਜਿਹੜੇ ਉਹਨਾਂ ਵਿੱਚੋਂ ਜੋ ਕੋਈ ਪੁਆਇੰਟ ਨੋਟ ਕਰਨੇ ਸੀ ਕੀਤੇ ਗਏ ਨੇ ਔਰ ਬਹੁਤ ਹੀ ਆਰਾਮ ਨਾਲ ਜਿਹੜੀ ਸੱਜ ਨਾਲ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ। ਔਰ ਉਹਨਾਂ ਨੇ ਦੂਜੇ ਪਾਸੇ ਵੀ ਗੱਲ ਕਹੀ ਕਿ ਹਰ ਅਫਸਰ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਗੱਲਬਾਤ ਕਰਨ ਦਾ।
ਤੇ ਇਹਨਾਂ ਦੀ ਟੀਮ ਦਾ ਵੀ ਜਿਹੜਾ ਆਪਦਾ ਤਰੀਕਾ ਸੀ, ਜਿਸ ਦੇ ਚੱਲਦੇ ਉਹਨਾਂ ਨੂੰ ਕਰੀਬ 2 ਘੰਟੇ ਵਧੀਆ ਕਨਵਰਸੇਸ਼ਨ ਦੇ ਵਿੱਚੋਂ ਉਹਨਾਂ ਨੇ ਕਈ ਤੱਥ ਜਿਹੜੇ ਉਹਨਾਂ ਨੇ ਕੱਢੇ ਨੇ, ਜਿਹੜੇ ਸਾਡੇ ਤੋਂ ਪੁੱਛੇ ਨੇ ਜਾਂ ਕੁਝ ਸਾਡੇ ਧਿਆਨ ਵਿੱਚ ਆਏ ਅਸੀਂ ਉਹ ਦੱਸੇ ਨੇ। ਸੋ ਇਸ ਨੂੰ ਕਹਿ ਸਕਦੇ ਹਾਂ ਕਿ ਵਧੀਆ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਆਪਦਾ ਜਿਹੜਾ ਬਿਆਨ ਦਰਜ ਜਿਹੜੇ SIT ਨੂੰ ਕਰਾਏ ਨੇ। ਔਰ ਇਸ ਦੇ ਨਾਲ ਹੀ ਉਹਨਾਂ ਨੇ ਇਨਸਾਫ ਦੀ ਜਿਹੜੀ ਗੱਲ ਕੀਤੀ ਸੀ, ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਇਨਸਾਫ ਜਿਹੜਾ ਬੇਅਦਬੀ ਮਾਮਲੇ ਦੇ ਇਨਸਾਫ ਨੂੰ ਲੈ ਕੇ ਕੀ ਕਹਿੰਦੇ ਹੋ, ਤਾਂ ਉਹਨਾਂ ਨੇ ਇਹ ਕਹਿਣਾ ਸੀ ਕਿ ਜਿਹੜੀ ਦੁਨੀਆ ਉਮੀਦ ਤੇ ਟਿਕੀ ਹੈ ਉਹ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਬੇਅਦਬੀ ਦਾ ਇਨਸਾਫ ਸਾਨੂੰ ਜ਼ਰੂਰ ਮਿਲੇਗਾ ਔਰ ਜੋ ਵੀ ਦੋਸ਼ੀ ਨੇ ਜਿਨ੍ਹਾਂ ਵੱਲੋਂ ਇਹ ਬੇਅਦਬੀ ਕਰਾਈ ਗਈ ਜਾਂ ਸਰੂਪ ਚੋਰੀ ਕੀਤਾ ਗਿਆ ਉਹ ਕਾਨੂੰਨ ਦੇ ਸ਼ਿਕੰਜੇ ਵਿੱਚ ਆਉਣਗੇ ਔਰ ਜਲਦੀ ਜਿਹੜਾ ਕਾਨੂੰਨ ਉਹਨਾਂ ਨੂੰ ਸਜ਼ਾਵਾਂ ਦੇਵੇਗਾ। ਜੀ ਬੋਲੋ ਜੀ। ਬਿਲਕੁਲ ਤਾਂ ਨਰੇਸ਼, ਫਿਲਹਾਲ ਦੇ ਲਈ ਬਹੁਤ ਧੰਨਵਾਦ। ਤਾਂ ਸਿੱਖ ਪ੍ਰਚਾਰਕ ਪੰਥਪ੍ਰੀਤ ਸਿੰਘ ਦੇ ਵੱਲੋਂ ਅੱਜ SIT ਦੇ ਸਾਹਮਣੇ ਪੇਸ਼ ਹੋ ਕੇ ਬਕਾਇਦਾ ਆਪਣੇ ਬਿਆਨ ਦਰਜ ਕਰਵਾਏ ਗਏ। ਉਹਨਾਂ ਨੇ ਕਿਹਾ ਕਿ ਉਹ ਵੀ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਜਿਹੜਾ ਉਹ ਬਣਦਾ ਨਿਆਂ ਬਣੇ ਔਰ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇ। ਤਾਂ ਹੁਣ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ। ਭਗਵੰਤ ਮਾਨ ਜਿਹੜੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ, ਉਹ ਮੀਡੀਆ ਦੇ ਮੁਖਾਤਬ ਹੋ ਰਹੇ ਨੇ ਕਿਸੇ ਵਿਸ਼ੇਸ਼ ਮੁੱਦੇ ਨੂੰ ਲੈ ਕੇ। ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਕਿ ਕੀ ਕਹਿ ਰਹੇ ਨੇ ਭਗਵੰਤ ਮਾਨ। ਕਿ ਸਰਕਾਰ ਦਾ ਅਸਲੀ ਚਿਹਰਾ ਕੀ ਹੈ ਤੇ ਬਾਹਰੋਂ ਕੀ ਦਿਖਾਇਆ ਜਾ ਰਿਹਾ ਹੈ, ਤੇ ਜਿਹੜੀ ਸਰਕਾਰ ਦੀ ਭਾਈਵਾਲ ਪਾਰਟੀ ਹੈ, ਕੈਪਟਨ ਦੀ ਭਾਈਵਾਲ ਪਾਰਟੀ ਹੈ ਅਕਾਲੀ ਦਲ, ਉਹਦਾ ਵੀ ਕੀ ਚਿਹਰਾ ਹੈ ਤੇ ਬਾਹਰੋਂ ਕੀ ਦਿਖਾਇਆ ਜਾ ਰਿਹਾ, ਅਸਲੀ ਕੀ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਨੂੰ ਗਹਿਣੇ ਰੱਖਤਾ, ਪੰਜਾਬ ਨੂੰ ਗਿਰਵੀ ਰੱਖਤਾ। ਅਸੀਂ ਇਹ ਗੱਲ ਬਾਰ-ਬਾਰ ਕਹਿੰਦੇ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੀ ਸਰਕਾਰ ਦੀਆਂ ਨੀਤੀਆਂ ਹੀ ਅੱਗੇ ਵਧਾ ਰਹੇ ਨੇ। ਹੁਣ ਇਹ ਗੱਲ ਸਾਬਤ ਹੋ ਗਈ ਜਦੋਂ ਬਿਜਲੀ ਦਾ ਸੰਕਟ ਜਿਹੜਾ ਹੈ ਪੰਜਾਬ ਦੇ ਵਿੱਚ ਇੰਨਾ ਭਾਰੀ ਹੋ ਗਿਆ ਕਿ ਲੋਕ ਤਰਾਈ ਕਰ ਰਹੇ ਨੇ। ਹਰ ਵਰਗ ਆਪਦੇ ਹੱਕਾਂ ਵਾਸਤੇ ਸੰਘਰਸ਼ ਕਰ ਰਿਹਾ, ਸੜਕਾਂ ਤੇ ਧਰਨੇ ਦਿੱਤੇ ਜਾ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਇੱਕ ਫੇਲ ਸ਼ਾਸਕ ਸਾਬਤ ਹੋਏ ਨੇ। ਲੋਕਾਂ ਨੇ 2017 ਦੇ ਵਿੱਚ ਬਹੁਤ ਸਾਰਾ ਮਾਨ ਸਨਮਾਨ ਦਿੱਤਾ ਸੀ, ਜਿੰਨਾ ਮਾਨ ਸਨਮਾਨ ਦਿੱਤਾ ਸੀ ਉਦੋਂ ਹੀ ਵੱਧ, ਕਿਤੇ ਵੱਧ ਲੋਕਾਂ ਦਾ ਦਿਲ ਤੋੜਿਆ ਕੈਪਟਨ ਅਮਰਿੰਦਰ ਸਿੰਘ ਜੀ ਨੇ। ਅੱਜ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਨੀ ਹੈ। ਚੋਣਾਂ ਦੇ ਵਾਅਦੇ 'ਚ ਇੱਕ ਬਹੁਤ ਵੱਡਾ ਵਾਅਦਾ ਇਹ ਵੀ ਸੀ ਕਿ ਅਸੀਂ ਆਉਣ ਸਾਰ ਅਕਾਲੀ ਦਲ BJP ਗਵਰਨਮੈਂਟ ਵੱਲੋਂ ਕੀਤੇ ਹੋਏ ਲੋਕ ਮਾਰੂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਸਮਝੌਤਿਆਂ ਨੂੰ ਰੱਦ ਕਰਾਂਗੇ ਆਉਣ ਸਾਰ। ਪਰ ਉਹਨਾਂ ਨੂੰ ਰੱਦ ਨਾ ਕਰਕੇ ਉਹਨਾਂ ਸਮਝੌਤਿਆਂ ਨੂੰ ਹੀ ਅੱਗੇ ਵਧਾ ਕੇ ਅੱਜ ਇਹ ਬਿਜਲੀ ਦਾ ਸੰਕਟ ਪੈਦਾ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਅਕਾਲੀ ਦਲ ਤੇ ਭਾਜਪਾ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ। ਹੁਣ ਲੋਕਾਂ ਨੂੰ ਧਰਨੇ ਦੇਣੇ ਪੈ ਰਹੇ ਨੇ, ਲੋਕ ਆਪਣੇ ਬੱਚਿਆਂ ਸਮੇਤ ਸੜਕਾਂ ਤੇ ਨੇ। 10 ਤੋਂ 15 ਘੰਟਿਆਂ ਦੇ ਕੱਟ ਨੇ। ਕੱਲਾ ਘਰੇਲੂ ਸੈਕਟਰ ਨਹੀਂ, ਖੇਤੀ ਸੈਕਟਰ 'ਚ ਵੀ ਕੱਟ ਨੇ। 8 ਘੰਟੇ ਬਿਜਲੀ ਨਹੀਂ ਮਿਲ ਰਹੀ। ਝੋਨੇ ਦੀਆਂ ਫਸਲਾਂ ਲੋਕਾਂ ਨੂੰ ਵਾਹੁਣੀਆਂ ਪੈ ਰਹੀਆਂ ਨੇ ਕਿ ਛੱਡੋ ਪਰੇ, ਆਪਣਾ ਠੇਕਾ ਵੀ ਨਹੀਂ ਪੂਰਾ ਹੋਣਾ, ਕਿਉਂਕਿ ਡੀਜ਼ਲ ਇੰਜਣ ਚਲਾ ਕੇ ਜਾਂ ਜਨਰੇਟਰ ਚਲਾ ਕੇ ਡੀਜ਼ਲ ਜਿਹੜਾ ਉਹ 90-92 ਰੁਪਏ ਲੀਟਰ ਹੋਇਆ ਪਿਆ, ਤਾਂ ਬਿਲਕੁਲ ਹੀ ਵਾਰਾ ਨਹੀਂ ਖਾਂਦਾ। ਤੇ ਹੁਣ ਇੰਡਸਟਰੀ ਨੂੰ ਇਹ ਕਿਹਾ ਜਾ ਰਿਹਾ ਹੈ, ਕੈਪਟਨ ਸਾਹਿਬ ਕਹਿੰਦੇ ਸੀ ਮੈਂ ਇੰਡਸਟਰੀ ਲੈ ਕੇ ਆਉਂਗਾ ਇੱਥੇ, ਪਰ ਜਿਹੜੀ ਇੰਡਸਟਰੀ ਪਹਿਲਾਂ ਹੀ ਕਰੋਨਾ ਦੀ ਮਾਰ ਚੱਲ ਰਹੀ ਸੀ, ਲੋਕਡਾਊਨ ਕਰਕੇ ਬੰਦ ਪਈਆਂ ਫੈਕਟਰੀਆਂ ਸੀ, ਪਰ ਬੰਦ ਪਈਆਂ ਫੈਕਟਰੀਆਂ ਨੂੰ ਵੀ ਬਿਜਲੀ ਦੇ ਫਿਕਸ ਚਾਰਜ ਜਿਹੜੇ ਨੇ ਉਹਨਾਂ ਦੇ ਬਿੱਲ ਆਏ ਸੀ। ਹੁਣ ਫੈਕਟਰੀਆਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ 2 ਦਿਨ ਬੰਦ ਕਰੋ, ਹੁਣ ਹਫ਼ਤੇ 'ਚੋਂ 48 ਘੰਟੇ ਲਗਾਤਾਰ ਬੰਦ ਰੱਖੋ, ਕਿਉਂਕਿ ਸਾਡੇ ਕੋਲ ਬਿਜਲੀ ਹੈ ਨਹੀਂ। ਉਹ ਫੈਕਟਰੀਆਂ ਵਾਲੇ ਵੀ ਕਹਿੰਦੇ ਨੇ, ਇੰਡਸਟਰੀਲਿਸਟ, ਕਿ ਜਾਂ ਤਾਂ ਇਹ ਫੈਸਲਾ ਜਿਹੜਾ ਵਾਪਸ ਲਓ 2 ਦਿਨ ਵਾਲਾ, ਅਸੀਂ ਤਾਂ ਪਹਿਲਾਂ ਹੀ ਮਾਰੇ ਪਏ ਹਾਂ ਮੰਦੇ ਦੇ, ਜਾਂ ਫਿਰ ਅਸੀਂ ਆਪਣੀਆਂ ਚਾਬੀਆਂ ਹੀ ਫੜਾ ਦਿੰਦੇ ਕੈਪਟਨ ਸਾਹਿਬ, ਤੁਹਾਨੂੰ ਫੈਕਟਰੀਆਂ ਬੰਦ ਕਰਕੇ ਜਿੰਦੇ ਲਾ ਕੇ ਤਾਲੇ ਲਾ ਕੇ ਤੁਹਾਨੂੰ ਚਾਬੀਆਂ ਦੇ ਦਿੰਦੇ। ਇਹ ਸੰਕਟ ਪੈਦਾ ਕਿਉਂ ਹੋਇਆ? ਇਸ ਵਕਤ ਰੋਪੜ ਵਾਲੇ ਥਰਮਲ ਪਲਾਂਟ ਦੇ ਯੂਨਿਟ ਬੰਦ ਨੇ, ਦੋਨੋਂ ਲਹਿਰਾ ਮੁਹੱਬਤ ਵਾਲੇ ਦੇ ਬੰਦ ਨੇ। ਜਿਹੜੇ 3 ਥਰਮਲ ਪਲਾਂਟ ਪ੍ਰਾਈਵੇਟ ਨੇ, ਚਿੱਟੇ ਹਾਥੀ ਕਹੂੰਗਾ ਮੈਂ ਇਹਨਾਂ ਨੂੰ, ਜਿਹੜੇ ਚਿੱਟੇ ਹਾਥੀ ਜਿਨ੍ਹਾਂ ਬਾਰੇ ਸੁਖਬੀਰ ਬਾਦਲ ਹੋਰੀ ਸਮਝੌਤੇ ਕਰਕੇ ਗਏ ਨੇ, ਉਹਨਾਂ ਨੇ ਸਮਝੌਤਿਆਂ 'ਚ ਕੀ ਹੈ ਕਿ ਜੇ ਤੁਸੀਂ ਸਾਲ ਦੇ ਵਿੱਚੋਂ 91 ਦਿਨ, ਯਾਨੀ ਕਿ ਲਗਭਗ 3 ਮਹੀਨਿਆਂ ਤੋਂ 1 ਦਿਨ ਉੱਪਰ ਨਹੀਂ ਵੀ ਸਾਨੂੰ ਆਪਣਾ ਥਰਮਲ ਪਲਾਂਟ ਚਲਾ ਕੇ
ਬਿਜਲੀ ਦਿਓਗੇ, ਸਰਕਾਰ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਕਰ ਸਕਦੀ, ਪਰ ਤੁਹਾਨੂੰ ਪੈਸੇ ਦੇ ਦਾਂਗੇ ਅਸੀਂ। ਉਹਨਾਂ ਨੂੰ ਕੀ ਲੋੜ ਹੈ ਜੀ ਹੁਣ ਖਰਚਾ ਕਰਕੇ ਬਿਜਲੀ ਬਣਾਉਣ ਦੀ? ਪੈਸੇ ਤਾਂ ਉਹਨਾਂ ਨੂੰ ਮਿਲਣੇ ਹੀ ਮਿਲਣੇ ਨੇ। ਆਲਰੇਡੀ 5400 ਕਰੋੜ ਤੋਂ ਵੱਧ ਇਸ ਸਰਕਾਰ ਦੇ ਵਿੱਚ ਉਹਨਾਂ ਨੂੰ ਪੈਸੇ ਬਿਨਾਂ ਬਿਜਲੀ ਖਰੀਦੇ ਦੇ ਚੁੱਕੇ ਆ। ਤਾਂ ਹੁਣ ਆ ਜਾਂਦੇ ਅਕਾਲੀ ਦਲ ਤੇ, ਉਹ ਕਿਹੜੇ ਮੂੰਹ ਨਾਲ ਧਰਨੇ ਪ੍ਰਦਰਸ਼ਨ ਕਰ ਰਹੇ ਨੇ? ਸੁਖਬੀਰ ਬਾਦਲ ਜੀ ਤੁਸੀਂ ਦੱਸੋਗੇ ਕਿ ਜਿਹੜੇ 3 ਐਗਰੀਮੈਂਟ ਹੋਏ ਨੇ ਉਹ ਕਿਹਨਾਂ ਨੇ ਕੀਤੇ ਨੇ? ਉਹ 'ਚ ਇਹੋ ਜਿਹੇ ਡੇਂਜਰਸ ਕਲੌਜ਼ ਕਿਹਨੇ ਪਾਏ ਨੇ ਕਿ ਤੁਸੀਂ ਰੱਦ ਵੀ ਨਹੀਂ ਕਰ ਸਕਦੇ? ਤੁਸੀਂ ਹਰ ਗੱਲ ਜਿਹੜੀ ਉਹ ਇੰਡਸਟਰੀਅਲਿਸਟ ਦੇ, ਉਹਨਾਂ ਦੇ ਥਰਮਲ ਪਲਾਂਟ ਦੇ ਜਿਹੜੇ ਮਾਲਕ ਨੇ, ਉਹਨਾਂ ਦੇ ਹੱਕ 'ਚ ਹੈ ਹਰ ਕਲੌਜ਼ ਐਗਰੀਮੈਂਟ ਦਾ। ਤੇ ਤੁਸੀਂ ਐਗਰੀਮੈਂਟ ਕਰਕੇ ਗਏ ਹੋ, ਤੁਸੀਂ ਪੰਜਾਬ ਦੇ ਹੱਥ ਵੱਢ ਕੇ ਗਏ ਹੋ 20-25 ਸਾਲ ਲਈ, ਤੇ ਹੁਣ ਤੁਸੀਂ ਕਹਿੰਦੇ ਹੋ ਜੀ ਬਿਜਲੀ ਨਹੀਂ ਆਉਂਦੀ, ਪੱਖੀਆਂ ਚੱਕੀ ਫਿਰਦੇ ਆ। ਮਜੀਠੀਆ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਕਿੰਨੇ ਕੁ ਸੋਲਰ ਦੇ ਜਿਹੜੀਆਂ ਲੱਗੇ ਨੇ ਪੰਜਾਬ ਦੇ ਵਿੱਚ ਪਲਾਂਟ, ਉਹ 'ਚ ਤੁਹਾਡੇ ਪਰਿਵਾਰ ਦੇ ਕਿੰਨੇ ਕੁ ਬੰਦੇ ਨੇ? ਇਹ ਦੱਸ ਦਿਓ। ਨਹੀਂ ਮੇਰੇ ਕੋਲ ਪਿਆ ਲਿਸਟ ਸਾਰੀ ਕਿ ਕਿਹਦੇ ਨਾਂ ਤੇ ਤੁਹਾਡੇ ਪਰਿਵਾਰ ਦੇ, ਤੁਹਾਡੇ ਚਾਚੇ ਭਾਈਆਂ ਭਤੀਜਿਆਂ ਦੇ ਨਾਂ ਤੇ ਜਿਹੜੇ ਥਰਮਲ ਜਿਹੜੇ ਸੋਲਰ ਦੀ એનર્ਜੀ ਦੇ ਪਲਾਂਟ ਨੇ ਤੁਹਾਨੂੰ ਮਿਲੇ ਹੋਏ ਨੇ ਠੇਕੇ। ਤੇ ਤੁਸੀਂ ਵੀ ਬਿਜਲੀ ਦੇ ਕਹੀ ਜਾਂਦੇ ਹੋ ਘਾਟ ਹੈ, ਤੁਹਾਡੇ ਤੋਂ ਤਾਂ ਖਰੀਦ ਰਹੇ ਨੇ ਉਹ, ਤੁਹਾਡੇ ਚਾਚਾ ਜੀ ਦੀ ਸਰਕਾਰ ਹੈ। ਕਿਉਂਕਿ ਥਰਮਲ ਪਲਾਂਟ ਬੰਦ ਹੋ ਗਏ, ਉਹ ਕਹਿੰਦੇ ਮੈਂ ਇਸ ਤਾਂ ਇੰਨੇ ਰੇਟ ਤੇ ਵੇਚਾਂਗੇ। ਜਦ ਕਿ ਦਿੱਲੀ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਆਈ ਤਾਂ ਬਹੁਤ ਮਹਿੰਗੀ ਬਿਜਲੀ ਸੀ, ਪ੍ਰਾਈਵੇਟ ਕੰਪਨੀਆਂ ਸੀ 2, ਉਹਨਾਂ ਨੂੰ ਕਿਹਾ, ਉਹ ਕਹਿੰਦੇ ਨੋ, ਸਾਡੇ ਤਾਂ ਐਗਰੀਮੈਂਟ ਹੋਏ ਹੋਏ ਨੇ। ਤਾਂ ਅਰਵਿੰਦ ਕੇਜਰੀਵਾਲ ਨੇ ਉਹਨਾਂ ਸਮਝੌਤਿਆਂ ਨੂੰ ਰੱਦ ਕਰਕੇ ਉਹਨਾਂ ਕੰਪਨੀਆਂ ਤੋਂ ਦੀ ਆਡਿਟ ਕਰਵਾ ਕੇ ਤੇ ਅੱਜ ਬਿਜਲੀ ਸਭ ਤੋਂ ਸਸਤੀ ਹੈ ਤੇ 24 ਘੰਟੇ ਹੈ। ਕੀ ਗੱਲ ਵੀ ਪੰਜਾਬ 'ਚ ਕਿਉਂ ਨਹੀਂ ਹੋ ਸਕਦਾ? ਤੁਸੀਂ ਆਪਦੇ ਤਾਂ ਸਾਰੇ ਬੰਦ ਕਰ ਲਏ, ਆਪਣੇ ਨੈਣ ਮੈਨੂੰ ਦੇ ਦੇ, ਤੂੰ ਮਟਕਾਉਂਦੀ ਫਿਰ, ਉਹ ਗੱਲ ਹੈ। ਆਪਣੇ ਤਾਂ ਤੁਸੀਂ ਥਰਮਲ ਪਲਾਂਟ ਸਾਰੇ ਬੰਦ ਕਰ, ਬਠਿੰਡੇ ਵਾਲੇ ਤਾਂ ਢਾਉਣ ਲੱਗੇ ਆ, ਤੇ ਬਾਕੀ ਬੰਦ ਕਰ ਲਏ। ਰਹਿ ਗਏ ਆਪਾਂ ਪ੍ਰਾਈਵੇਟ ਹੱਥਾਂ 'ਚ। ਪ੍ਰਾਈਵੇਟ ਮਨਮਰਜ਼ੀ ਆ ਉਹਨਾਂ ਦੀ, ਜਦੋਂ ਮਰਜ਼ੀ ਚਲਾਉਣ, ਜਦੋਂ ਮਰਜ਼ੀ ਨਾ ਚਲਾਉਣ, ਕਿਉਂਕਿ ਐਗਰੀਮੈਂਟ ਹੋਇਆ ਪੈਸੇ ਤੁਹਾਨੂੰ ਮਿਲਣੇ ਨੇ ਇੰਨੇ ਪੈਸੇ। 25000 ਮਤਲਬ 60000 ਕਰੋੜ ਦੇ ਨੇੜੇ ਉਹਨਾਂ ਨੂੰ ਦੇਣਾ ਪੈਣਾ ਐਗਰੀਮੈਂਟ ਤੋਂ ਲੈ ਕੇ ਜਦੋਂ ਤੱਕ ਉਹਨਾਂ ਦੇ ਐਗਰੀਮੈਂਟ ਖਤਮ ਹੋ ਸਕਦੇ ਨੇ ਐਗਰੀਮੈਂਟ ਵਿਧਾਨ ਸਭਾ 'ਚ। ਤਾਂ ਹੁਣ ਕੈਪਟਨ ਸਾਹਿਬ ਕਿੱਥੇ ਨੇ? ਲੋਕ ਤਾਂ ਟਰਾਈ ਕਰ ਰਹੇ ਨੇ, ਲੋਕ ਤਾਂ ਸੜਕਾਂ ਤੇ ਬੈਠੇ ਨੇ, ਰਾਤਾਂ ਕੱਟ ਰਹੇ ਨੇ ਸੜਕਾਂ ਤੇ। ਕਿਸਾਨ ਜਿਹੜੇ ਨੇ ਉਹ ਆਪਣੀ ਝੋਨੇ ਦੀ ਫਸਲ ਨੂੰ ਪਾਣੀ ਲਾਉਣ ਲਈ ਤਰਸ ਰਹੇ ਨੇ, ਤੇ ਕੈਪਟਨ ਸਾਹਿਬ ਕੀ ਕਰ ਰਹੇ ਨੇ? ਕੈਪਟਨ ਸਾਹਿਬ ਸਿਸਮਾਂ ਵਾਲੇ ਮਹਿਲ 'ਚ ਆਪਣੀ ਕੁਰਸੀ ਬਚਾਉਣ ਵਾਸਤੇ ਆਪਣੇ ਐਮਐਲਏ ਨੂੰ ਸ਼ਾਨਦਾਰ ਸ਼ਾਹੀ ਭੋਜਨ ਦੇ ਰਹੇ ਨੇ। 36 ਪ੍ਰਕਾਰ ਦੇ ਭੋਜਨ ਵਿਅੰਜਨ ਖਵਾਏ ਜਾ ਰਹੇ ਨੇ ਉਹਨਾਂ ਨੂੰ, ਠੰਡੇ ਵੱਡੇ ਏਸੀ ਕਮਰਿਆਂ 'ਚ ਬਿਠਾ ਕੇ। ਤੇ ਬਾਕੀ ਅੱਧੀ ਸਰਕਾਰ ਦਿੱਲੀ ਬੈਠੀ ਹੈ, ਉਹ ਉੱਥੋਂ ਕੋਈ ਕੁਰਸੀ ਬਚਾਉਂਦਾ ਫਿਰਦਾ, ਕੋਈ ਆਹ ਬਣਾ ਦਿਓ, ਕੋਈ ਮੈਨੂੰ ਉਹ ਬਣਾ ਦਿਓ। ਪੰਜਾਬ ਦੇ ਲੋਕਾਂ ਦਾ ਕੋਈ ਹੈ ਵਾਲੀ ਵਾਰਸ? ਇਸੇ ਕਰਕੇ ਅਰਵਿੰਦ ਕੇਜਰੀਵਾਲ ਜੀ ਨੇ ਉਸ ਦਿਨ ਕਿਹਾ ਸੀ ਕਿ ਸਾਡਾ ਜਿਹੜਾ ਦਿੱਲੀ ਦਾ ਮਾਡਲ ਹੈ ਉਹ ਪੰਜਾਬ 'ਚ ਕਾਮਯਾਬ ਜ਼ਿਆਦਾ ਹੋਊਗਾ, ਕਿਉਂਕਿ ਦਿੱਲੀ ਤਾਂ ਬਿਜਲੀ ਖਰੀਦਦੀ ਹੈ, ਪੰਜਾਬ ਦੇ ਵਿੱਚ ਬਿਜਲੀ ਆਪਣੀ ਹੈ। ਉਹ ਸੁਖਬੀਰ ਬਾਦਲ ਅੱਜ ਪੱਖੀਆਂ ਚੱਕੀ ਫਿਰਦਾ, ਜਿਹੜਾ ਕਹਿੰਦਾ ਸੀ ਪਾਕਿਸਤਾਨ ਨੂੰ ਬਿਜਲੀ ਵੇਚਿਆ ਕਰਾਂਗੇ। ਸੋ ਇਸ ਕਰਕੇ ਇਹ ਸਭ ਦੋ ਰਲੇ ਹੋਏ ਨੇ ਸਾਰੇ ਮਾਫੀਆ। ਜਿਹੜਾ ਬਿਜਲੀ ਮਾਫੀਆ ਇਹ ਵੀ ਸ਼ੁਰੂ ਕੀਤਾ ਅਕਾਲੀ ਦਲ ਤੇ ਬੀਜੇਪੀ ਸਰਕਾਰ ਨੇ, ਅੱਗੇ ਵਧਾਇਆ ਕੈਪਟਨ ਨੇ। ਕੇਬਲ ਮਾਫੀਆ ਵੀ ਇਦਾਂ ਹੀ, ਟਰਾਂਸਪੋਰਟ ਮਾਫੀਆ ਵੀ ਇਦਾਂ ਹੀ, ਰੇਤ ਮਾਫੀਆ। ਕੱਲ ਪਰਸੋਂ ਤੁਸੀਂ ਦੇਖਿਆ ਹੋਣਾ ਸੁਖਬੀਰ ਬਾਦਲ ਬਿਆਸ 'ਚ ਖੱਡਾਂ ਤੇ ਛਾਪੇ ਮਾਰਦਾ ਫਿਰਦਾ ਸੀ। ਮੈਨੂੰ ਕਿਸੇ ਪੱਤਰਕਾਰ ਨੇ ਪੁੱਛਿਆ, ਕਹਿੰਦੇ ਵੀ ਇਹਦੇ ਬਾਰੇ ਕੀ ਕਹੋਗੇ? ਮੈਂ ਕਿਹਾ ਇਹਦੇ ਬਾਰੇ ਕੀ ਕਹਿਣਾ, ਉਹ ਛਾਪਾ ਮਾਰਨ ਥੋੜੀ ਗਿਆ, ਉਹ ਆਪਦੇ ਹਿਸਾਬ ਕਿਤਾਬ ਕਰਨ ਗਿਆ। ਉਹ ਪੁਰਾਣਾ ਮਾਲਕ ਹੈ ਉਹਨਾਂ ਦਾ, ਉਹੀ ਤਾਂ ਕੰਮ ਕਰਦੇ ਸੀ ਪਹਿਲਾਂ ਉਹ, ਤੇ ਹਜੇ ਹੋਰ 'ਚ ਵੀ ਜਾਊਗਾ। ਮੈਂ ਕਹਿੰਦਾ ਸੀ ਨਾਲ ਰੋਜੀ ਬਰਕੰਦੀ ਨੂੰ ਵੀ ਲੈ ਜਾਂਦਾ, ਜਿਹਦਾ ਨਾਮ ਲੋਕਾਂ ਨੇ ਰੇਤਾ ਬਰਕੰਦੀ ਰੱਖਿਆ ਹੋਇਆ। ਤੇ ਮਾਈਨਿੰਗ ਦਾ ਕੰਮ ਸ਼ੁਰੂ ਤਾਂ ਤੁਸੀਂ ਕੀਤਾ, ਹੁਣ ਤੁਸੀਂ ਦੇਖੀ ਜਾਂਦੇ ਵੀ ਉਹ ਟਿੱਪਰ ਜਾਂ। ਤਾਂ ਭਗਵੰਤ ਮਾਨ ਦੇ ਵੱਲੋਂ ਜੰਮ ਕੇ ਵਿਰੋਧੀਆਂ ਨੂੰ ਘੇਰਿਆ ਜਾ ਰਿਹਾ ਹੈ ਪਾਵਰ ਕੱਟਾਂ ਦੇ ਮੁੱਦੇ ਦੇ ਉੱਪਰ ਲੈ ਕੇ। ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਦੋਵੇਂ ਹੀ ਧਿਰਾਂ, ਚਾਹੇ ਕਾਂਗਰਸ ਦੀ ਗੱਲ ਹੋਵੇ ਜਾਂ ਫਿਰ ਅਕਾਲੀ ਦਲ ਹੋਵੇ, ਦੋਵੇਂ ਹੀ ਇਸ ਦੇ ਲਈ ਜ਼ਿੰਮੇਵਾਰ ਨੇ। ਤਾਂ ਗੱਲ ਕਰਦੇ ਹਾਂ ਅਗਲੀ ਖਬਰ ਦੀ। ਪਾਵਰ ਕੱਟ ਨੂੰ ਲੈ ਕੇ ਸੂਬੇ ਦੀ ਸਿਆਸਤ ਵੀ ਪੂਰੇ ਤਰੀਕੇ ਦੇ ਨਾਲ ਗਰਮ ਨਜ਼ਰ ਆ ਰਹੀ ਹੈ। ਅਕਾਲੀ ਦਲ ਨੇ ਸੜਕਾਂ ਤੇ ਉਤਰ ਕੇ ਬਿਜਲੀ ਕੱਟਾਂ ਦਾ ਵਿਰੋਧ ਕੀਤਾ, ਬਿਜਲੀ ਘਰਾਂ ਦੇ ਬਾਹਰ ਧਰਨੇ ਦਿੱਤੇ ਗਏ। ਇਹਨਾਂ ਧਰਨਿਆਂ ਦੀ ਅਗਵਾਈ ਪਾਰਟੀ ਦੇ ਵੱਡੇ ਲੀਡਰਾਂ ਜਿਵੇਂ ਕਿ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਨੇ ਕੀਤੀ। ਅਕਾਲੀ ਦਲ ਵੱਲੋਂ ਪੱਖੀਆਂ ਤੇ ਮੋਮਬੱਤੀਆਂ ਬੰਦ ਕੇ ਵਿਰੋਧ ਆਪਣਾ ਜਤਾਇਆ ਗਿਆ। ਤਾਂ 5 ਤਸਵੀਰਾਂ ਤੁਹਾਨੂੰ ਟੀਵੀ ਸਕਰੀਨ ਦੇ ਉੱਪਰ ਦਿਖਾ ਰਿਹਾ। ਪਹਿਲੀ ਤਸਵੀਰ ਲੰਬੀ ਤੋਂ ਜਿੱਥੇ ਕਿ
ਜਿਹੜੀ ਮੋਰਚੇ ਦੀ ਕਮਾਨ ਸੀ ਇਸ ਧਰਨੇ ਦੀ ਸੁਖਬੀਰ ਬਾਦਲ ਨੇ ਸੰਭਾਲੀ। ਦੂਸਰੀ ਤਸਵੀਰ ਸੱਜੇ ਪਾਸੇ ਬਠਿੰਡੇ ਦੀ, ਇੱਥੇ ਜੀ ਸਿਮਰਤ ਬਾਦਲ ਧਰਨੇ ਤੇ ਬੈਠੀ। ਤੀਸਰੀ ਤਸਵੀਰ ਅੰਮ੍ਰਿਤਸਰ ਦੀ, ਜਿੱਥੇ ਵਿਕਰਮ ਮਜੀਠੀਆ ਬੈਠੇ। ਚੌਥੀ ਤਸਵੀਰ ਪਟਿਆਲਾ ਦੀ, ਔਰ ਵਿਚਕਾਰ ਤਸਵੀਰ ਰੋਪੜ, ਜਿੱਥੇ ਕਿ ਦਲਜੀਤ ਚੀਮਾ ਪੱਖੀਆਂ ਚੱਲਦੇ ਨਜ਼ਰ ਆ ਰਹੇ ਹਨ। ਲੋਕਾਂ ਨੂੰ ਪੱਖੀਆਂ ਤੇ ਮੋਮਬੱਤੀਆਂ ਮੰਨ ਕੇ ਆਪਣਾ ਰੋਸ ਮੁਜ਼ਾਹਰਾ ਅਕਾਲੀ ਦਲ ਦੇ ਵੱਲੋਂ ਅੱਜ ਕੀਤਾ ਗਿਆ। ਪਤਾ ਕੀ ਸਰਕਾਰ ਨੇ ਕੁਝ ਨਹੀਂ ਕਰਨਾ। ਜਿਹੜੀ ਵੀ ਸਰਕਾਰ ਆਏ ਉਹਨੂੰ ਨਵੇਂ ਲਾਉਣੇ ਪੈਣੇ ਐ ਡਿਮਾਂਡ ਵਧਾਉਣ ਵਾਸਤੇ, ਡਿਮਾਂਡ ਨੂੰ ਮੀਟ ਕਰਨ। ਪਰ ਕੈਪਟਨ 4 ਸਾਲ ਸੱਤਾ ਰਿਹਾ, ਕੋਈ ਪਰਵਾਹ ਫਿਕਰ ਨਹੀਂ। ਆਪਣੇ ਟਾਈਮ 'ਚ ਤਕਰੀਬਨ 12,000 12,500 ਮੈਗਾਵਾਟ ਦੀ ਡਿਮਾਂਡ, ਹੁਣ 14,000 ਬਲਕਿ ਕੋਈ ਫਿਕਰ ਹੀ ਨਹੀਂ। ਗ੍ਰਿਡ ਖਰਾਬ ਹੋ ਗਏ, ਅੱਜ ਘਾਟਾ ਕਿਉਂ, ਬੰਦ ਕਿਉਂ ਹੈ? ਆਪਣਾ ਲਹਿਰਾ ਮੁਹੱਬਤ ਦਾ ਥਰਮਲ ਪਲਾਂਟ ਬੰਦ ਹੈ, ਰਿਪੇਅਰ ਨਹੀਂ ਕੀਤਾ ਇਹਨਾਂ ਨੇ। ਤਲਵੰਡੀ ਵਾਲਾ 1 ਯੂਨਿਟ ਬੰਦ ਹੈ, ਉਹਨੇ ਪਰਵਾਹੀ ਨਹੀਂ ਕੀਤੀ, ਤੇ ਫਿਰ ਪਾਵਰ ਕੱਟ ਹੋਣੀ ਹੈ। ਐਮਐਲਏ ਵਜ਼ੀਰ ਸਿਰਫ ਇਸ ਦੌੜ ਤੇ ਲੱਗਿਆ ਕਿ ਸਾਡੀ ਕੁਰਸੀ ਬਚ ਜੇ। ਲੋਕਾਂ ਦੇ ਦਰਦ ਦਾ, ਲੋਕਾਂ ਦੀ ਮੁਸ਼ਕਲਾਤਾਂ ਦਾ ਇਹਨਾਂ ਨੂੰ ਕੋਈ ਚਿੰਤਾ ਨਹੀਂ। ਸਭ ਤੋਂ ਮਹਿੰਗੀ ਬਿਜਲੀ ਕਰਤੀ ਆ। ਬਿਜਲੀ ਦੇ ਰੇਟ ਸਾਡੇ ਸਮਿਆਂ ਨਾਲੋਂ ਵਧਾ ਕੇ ਘੱਟੋ ਘੱਟ ਨਹੀਂ ਤੇ ਡਬਲ ਤੋਂ ਵੀ ਵੱਧ ਕਰਤੇ। 10 ਰੁਪਏ 9 ਰੁਪਏ ਯੂਨਿਟ ਹੋ ਗਿਆ। ਔਰ ਵੱਡੀ ਗੱਲ ਇਹ ਹੈ ਕਿ ਜੇ ਕਿਸਾਨੀ ਬਚੂ ਤੇ ਪੰਜਾਬ ਦੀ ਇਕਨੋਮੀ ਚੱਲੂ। आज 4.5 ਸਾਲਾਂ 'ਚ ਕੈਪਟਨ ਅਮਰਿੰਦਰ ਸਿੰਘ ਨੇ ਫੇਰ ਉਹ ਹਾਲਾਤ ਪੈਦਾ ਕਰਤੇ ਆ ਕਿ 1500 ਮੈਗਾਵਾਟ ਦੀ ਤਾਂ ਇਸ ਸਾਲ ਘਾਟ ਆ ਗਈ ਆ। ਮਤਲਬ ਕਿ 1 ਯੂਨਿਟ ਲਾਇਆ ਨਹੀਂ ਨਵਾਂ ਬੱਤੀ ਦਾ। ਹਰ ਸਾਲ ਡਿਮਾਂਡ ਵਧਣੀ ਹੈ, ਡਿਮਾਂਡ ਵਧੂਗੀ, ਮਗਰ ਇਹਨਾਂ ਕੋਲ ਉਹ ਦੇਣ ਦੀ ਸ਼ਮਤਾ ਨਹੀਂ ਹੈ। ਹੁਣ ਵੇਲਾ ਹੋਇਆ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦਾ, ਪਰ ਜਲਦ ਮੁੜਾਂਗੇ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।